ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਗਰ ਅੰਦਰ ਬੋਹਿ ਥਾ, ਵਿੱਚ ਮੁਹਾਣਾ ਪਰ ਉਪਕਾਰੀ। ਭਾਰ ਅਥਰ ਬਣ ਲੱਦੀਐ, ਲੈ ਵਾਪਾਰ ਚੜ੍ਹਨ ਵਾਪਾਰੀ। ਸਾਇਰ ਲਹਿਰ ਨ ਵਿਆਪਈ, ਅਤ ਅਸਗਾਹ ਅਥਾਹ ਅਪਾਰੀ। ਬਹਲੇ ਪੂਰ ਲੰਘਾਏ ਦਾ, ਸਹੀ ਸਲਾਮਤ ਪਾਰ ਉਤਾਰੀ। ਦੂਣੇ ਚੌਣੇ ਦਮ ਹੋਣ, ਲਾਹਾ ਲੈ ਲੈ ਕਾਜ ਸਵਾਰੀ। ਗੁਰਮੁਖ ਸੁਖ ਫਲ ਸਾਧ ਸੰਗ, ਭਵਜਲ ਅੰਦਰ ਦੁੱਤਰ ਤਾਰੀ। ਜੀਵਨ ਮੁਕਤ ਜੁਗਤ ਨਿਰੰਕਾਰੀ, ਜੀਵਨ ਮੁਕਤ ਜੁਗਤ ਨਿਰੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਦੀਨ ਦੁਨੀ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਕਥਾ ਵਿਚਾਰ ਵਿੱਚੋਂ ਆਪ ਜੀ ਨੇ 16ਵੀਂ ਵਾਰ ਦੀ 5ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ 5ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ, ਗੁਰਮੁਖ ਪਿਆਰੇ ਪਰਉਪਕਾਰੀ ਹੁੰਦੇ ਹੈ। ਪਰਉਪਕਾਰ ਵਾਸਤੇ ਉਹ ਸੰਸਾਰ ਵਿੱਚ ਆਉਂਦੇ ਹੈ। ਪ੍ਰੇਮਾ ਭਗਤੀ ਹੋਰਾਂ ਨੂੰ ਦ੍ਰਿੜ ਕਰਵਾ ਕੇ, ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾ ਕੇ ਆਪ ਸੰਸਾਰ ਤੋਂ ਤੁਰ ਜਾਂਦੇ ਹੈ। ਗੁਰਮੁਖ ਕਦੇ ਵੀ ਜੰਮਣ ਮਰਨ ਵਿੱਚ ਨਹੀਂ ਆਉਂਦੇ। ਉਹ ਤਾਂ ਬਾਣੀ ਦਾ ਬਚਨ ਹੈ, ਗੁਰਮੁਖ ਆਵੇ ਜਾਏ ਨਿਸੰਗ। ਆਪਣੀ ਮੌਜ ਵਿੱਚ ਆਉਂਦੇ ਹੈ ਅਤੇ ਮੌਜ ਵਿੱਚ ਹੀ ਸੰਸਾਰ ਤੋਂ ਤੁਰ ਜਾਂਦੇ ਹਨ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਉਹ ਜੀਵਨ ਦਾਨ ਦਿੰਦੇ ਹੈ, ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੇ ਹੈ। ਕੋਈ ਨਰਕਾਂ ਦੇ ਵਿੱਚ ਹੋਵੇ ਉਹਨੂੰ ਬਾਹਰ ਕੱਢ ਲੈਂਦੇ ਹੈ, ਉਹਦੀ ਜ਼ਿੰਦਗੀ ਨੂੰ ਸੁਰਗ ਬਣਾ ਦਿੰਦੇ ਹੈ। ਅਨੇਕਾਂ ਨੂੰ ਸੰਸਾਰ ਤੋਂ ਤਾਰਦੇ ਹਨ। ਹਰ ਇਕਸ ਹੱਥ ਆਇਆ, ਵਰਸਾਣੇ ਬਹੁ ਤੇਰੇ। ਫਿਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਹੀ ਆਪਾਂ ਚੇਤੇ ਕਰਦੇ ਹਾਂ। ਉਹ ਮਹਾਂਪੁਰਖ ਸੰਤ ਗੁਰਮੁਖ ਪਿਆਰੇ ਖਾਸ ਕਰਕੇ ਜਿਸ ਥਾਂ 'ਤੇ ਉਹਨਾਂ ਨੇ ਰਹਿ ਕੇ ਲੋਕਾਂ ਨੂੰ ਉਪਦੇਸ਼ ਦ੍ਰਿੜ ਕਰਵਾਇਆ ਹੁੰਦਾ ਹੈ, ਉਹ ਥਾਂ ਵੀ ਪੂਜਨੀਕ ਬਣ ਜਾਂਦੇ ਹੈ। ਉਹਨਾਂ ਥਾਵਾਂ ਦੇ ਉੱਤੇ ਪ੍ਰਭੂ ਭਗਤੀ, ਸੇਵਾ, ਸਿਮਰਨ
ਸਦਾ ਹੀ ਚੱਲਦਾ ਰਹਿੰਦਾ ਹੈ। ਇਹ ਗੁਰਮੁਖਾਂ ਦੀ, ਮਹਾਂਪੁਰਖਾਂ ਦੀ ਕਮਾਈ ਹੁੰਦੀ ਹੈ। ਗੁਰਬਾਣੀ ਦਾ ਬਚਨ ਹੈ, ਜਿੱਥੈ ਬੈਸਨ ਸਾਧ ਜਨ, ਸੋ ਥਾਨ ਸੁਹੰਦਾ। ਜਿੱਥੇ ਰੱਬ ਦੇ ਪਿਆਰੇ ਬਹਿ ਜਾਂਦੇ, ਉਹ ਥਾਂ ਸੋਹਣਾ ਬਣ ਜਾਂਦਾ ਹੈ। ਰੌਣਕਾਂ ਲੱਗ ਜਾਂਦੀਆਂ ਉਹਨਾਂ ਥਾਵਾਂ 'ਤੇ। ਸੋ ਗੁਰਮੁਖਾਂ ਦਾ ਜੀਵਨ ਬਹੁਤ ਉੱਚਾ ਹੁੰਦਾ ਹੈ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਹੈ, ਗੁਰਮੁਖ ਜਿਹੜੇ ਹੈ ਉਹ ਜਿਵੇਂ ਜਹਾਜ਼ ਦਾ ਮਲਾਹ ਹੁੰਦਾ ਨਾ, ਇਸੇ ਤਰ੍ਹਾਂ ਗੁਰਮੁਖ ਮਲਾਹ ਹੁੰਦੇ ਹੈ। ਜਹਾਜ਼ ਦੇ ਵਿੱਚ ਜਿਹੜੀਆਂ ਸਵਾਰੀਆਂ ਬੈਠਦੀਆਂ ਨੇ, ਵਪਾਰੀ ਲੋਕ ਉਹਦੇ ਵਿੱਚ ਸਾਜੋ ਸਮਾਨ ਲੱਦਦੇ ਹੈ। ਮਲਾਹ ਉਹਨਾਂ ਨੂੰ ਸਮੁੰਦਰ ਤੋਂ ਪਾਰ ਲਾ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਪਰਉਪਕਾਰੀ ਹੁੰਦੇ ਹੈ, ਅਨੇਕਾਂ ਹੀ ਲੋਕਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹੈ। ਆਓ ਭਾਈ ਗੁਰਦਾਸ ਜੀ ਦੀ ਪਵਿੱਤਰ ਰਚਨਾ ਹੈ। ਵਾਹਿਗੁਰੂ ਜੀ। ਸਾਗਰ ਅੰਦਰ ਬੋਹਿ ਥਾ, ਵਿੱਚ ਮੁਹਾਣਾ ਪਰਉਪਕਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਮੁੰਦਰ ਦੇ ਵਿੱਚ ਜਹਾਜ਼ ਚੱਲਦਾ ਹੈ। ਸਮੁੰਦਰੀ ਸ਼ਿਪ, ਅਤੇ ਜਿਹੜਾ ਜਹਾਜ਼ ਸਮੁੰਦਰ ਵਿੱਚ ਚੱਲ ਰਿਹਾ ਹੈ ਉਹ ਆਪੂ ਨਹੀਂ ਚੱਲ ਰਿਹਾ। ਵਿੱਚ ਮੁਹਾਣਾ ਪਰਉਪਕਾਰੀ, ਉਸ ਜਹਾਜ਼ ਦੇ ਵਿੱਚ ਉਹਨੂੰ ਚਲਾਉਣ ਵਾਲਾ ਜਿਹੜਾ ਮਲਾਹ ਹੈ ਉਹ ਪਰਉਪਕਾਰੀ ਹੈ। ਮਲਾਹ ਪਰਉਪਕਾਰ ਕਰਦਾ ਹੈ। ਜਹਾਜ਼ ਦੇ ਵਿੱਚ ਕਿੰਨੀਆਂ ਸਵਾਰੀਆਂ ਬੈਠਦੀਆਂ ਹਨ, ਕਿੰਨਾ ਸਾਜੋ ਸਮਾਨ ਲੱਦਿਆ ਜਾਂਦਾ ਹੈ, ਅਤੇ ਮਲਾਹ ਬਹੁਤ ਸਿਆਣਾ ਸੂਝਵਾਨ ਹੈ। ਉਹ ਸਮੁੰਦਰ ਦੇ ਵਿੱਚ, ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਜਹਾਜ਼ ਨੂੰ ਅਡੋਲ ਲੈ ਕੇ ਜਾਂਦਾ ਹੈ। ਭਾਰ ਅਥਰਬਣ ਲੱਦੀਐ, ਲੈ ਵਾਪਾਰ ਚੜ੍ਹਨ ਵਾਪਾਰੀ। ਅਥਰਬਣ ਦਾ ਮਤਲਬ ਬਹੁਤਾ, ਬੇਅੰਤੀ। ਉਸ ਜਹਾਜ਼ ਦੇ ਵਿੱਚ ਬਹੁਤ ਭਾਰ ਲੱਦਿਆ ਜਾਂਦਾ, ਸਾਜੋ ਸਮਾਨ, ਸੌਦਾ, ਹੋਰ ਜੋ ਵਪਾਰ ਕੀਤਾ ਜਾਂਦਾ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ, ਉਹਦੇ ਵਿੱਚ ਵਸਤੂਆਂ ਭਾਰ ਬਹੁਤਾ ਲੱਦਿਆ ਜਾਂਦਾ ਹੈ। ਲੈ ਵਾਪਾਰ ਚੜ੍ਹਨ ਵਾਪਾਰੀ। ਵਪਾਰੀ ਲੋਕ ਵਪਾਰ ਦਾ ਸਾਜੋ ਸਮਾਨ, ਵਸਤੂਆਂ ਲੈ ਕੇ ਉਸ ਜਹਾਜ਼ ਵਿੱਚ ਚੜ੍ਹ ਬੈਠਦੇ ਹੈ। ਸਾਇਰ ਲਹਿਰ ਨ ਵਿਆਪਈ, ਅਤ ਅਸਗਾਹ ਅਥਾਹ ਅਪਾਰੀ। ਜਹਾਜ਼ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਸਮੁੰਦਰ ਦੀਆਂ ਲਹਿਰਾਂ ਨਹੀਂ ਵਿਆਪਦੀਆਂ। ਸਮੁੰਦਰ ਦੇ ਵਿੱਚ ਬੜੇ ਬੜੇ ਵੱਡੇ ਤੂਫਾਨ ਉੱਠਦੇ ਆ, ਵੱਡੀਆਂ ਲਹਿਰਾਂ ਹੁੰਦੀਆਂ ਨੇ, ਕਿਉਂਕਿ ਨਦੀਆਂ, ਛੋਟੀਆਂ ਨਦੀਆਂ, ਨਾਲਿਆਂ ਨੂੰ, ਨਹਿਰਾਂ ਨੂੰ ਤਰ ਕੇ ਤਾਂ ਬੰਦਾ ਪਾਰ ਹੋ ਸਕਦਾ, ਪਰ ਸਮੁੰਦਰ ਨੂੰ ਨਹੀਂ ਨਾ ਤਰ ਸਕਦਾ। ਬਹੁਤ ਵੱਡਾ ਇਹ ਸਮੁੰਦਰ। ਜਹਾਜ਼ ਵਿੱਚ ਬੈਠੇ ਹੋਏ ਜਿਹੜੇ ਲੋਕ ਨੇ, ਉਹਨਾਂ ਨੂੰ ਸਮੁੰਦਰ ਦੀਆਂ ਲਹਿਰਾਂ ਦੁੱਖ ਨਹੀਂ ਦਿੰਦੀਆਂ। ਸੁਰੱਖਿਅਤ ਬੈਠੇ ਹੈ ਵਿੱਚ। ਅਤ ਅਸਗਾਹ ਅਥਾਹ ਅਪਾਰੀ। ਸਮੁੰਦਰ ਬਹੁਤ ਡੂੰਘਾ ਹੈ, ਚੌੜਾ ਹੈ, ਲੰਬਾ ਹੈ, ਕੋਈ ਉਹਦਾ ਥਾਹ ਨਹੀਂ। ਪਰ ਉਹ ਜਿਹੜਾ ਜਹਾਜ਼ ਨੂੰ ਚਲਾਉਣ ਵਾਲਾ ਮੁਹਾਣਾ ਹੈ, ਮਲਾਹ ਹੈ, ਉਹ ਸਾਰਿਆਂ ਨੂੰ ਸੁਰੱਖਿਅਤ ਲੈ ਕੇ ਜਾਂਦਾ ਹੈ। ਬਹਲੇ ਪੂਰ ਲੰਘਾਏ ਦਾ, ਸਹੀ ਸਲਾਮਤ ਪਾਰ ਉਤਾਰੀ। ਮਲਾਹ ਇੱਕ ਦੋ ਨਹੀਂ, ਬਹੁਤ ਪੂਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਸਹੀ ਸਲਾਮਤ ਉਹਨਾਂ ਨੂੰ ਸਮੁੰਦਰ ਤੋਂ ਪਾਰ ਪਰਲੇ ਕਿਨਾਰੇ ਉਤਾਰ ਦਿੰਦਾ ਹੈ। ਇਹ ਨਹੀਂ ਹੈ ਵੀ ਇੱਕ ਮਲਾਹ ਜਿਹੜਾ ਉਹ ਇੱਕ ਹੀ ਗੇੜਾ ਲਾਉਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਪਤਾ ਨਹੀਂ ਕਿੰਨੇ ਕੁ ਪੂਰਾਂ ਦੇ ਪੂਰ, ਸਾਜੋ ਸਮਾਨ ਕੀ, ਜਿਹੜੇ ਜਹਾਜ਼ 'ਚ ਲੋਕ ਬੈਠੇ ਆ ਉਹ ਪੂਰ, ਜਿੰਨੇ ਜਹਾਜ਼ ਇੱਕ ਵਾਰੀ ਲੋਕੀ ਬਹਿੰਦੇ ਉਹਨਾਂ ਨੂੰ ਇੱਕ ਪੂਰ ਕਿਹਾ ਜਾਂਦਾ।
ਜਿਵੇਂ ਪਕੌੜੇ ਕੱਢੇ ਜਾਂਦੇ ਨਾ ਕੜਾਹੀ ਦੇ ਵਿੱਚ, ਜਿੰਨੇ ਪਕੌੜੇ ਤਲੇ ਜਾਂਦੇ, ਇੱਕ ਪੂਰ ਨਿਕਲ ਗਿਆ, ਦੂਜਾ ਪੂਰ, ਤੀਜਾ ਪੂਰ। ਇਸੇ ਤਰ੍ਹਾਂ ਜਹਾਜ਼ ਦੇ ਵਿੱਚ ਬੈਠਣ ਵਾਲੀਆਂ ਸਵਾਰੀਆਂ ਨੂੰ ਇੱਕੇ ਵਾਰ ਜਿੰਨੀਆਂ ਬਹਿ ਗਈਆਂ ਉਹ ਇੱਕ ਪੂਰ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਮਲਾਹ ਬਹੁਤੇ ਪੂਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਕਰ ਦਿੰਦਾ ਹੈ। ਦੂਣੇ ਚੌਣੇ ਦਮ ਹੋਣ, ਲਾਹਾ ਲੈ ਲੈ ਕਾਜ ਸਵਾਰੀ। ਜਿਹੜੇ ਵਪਾਰੀ ਲੋਕ ਵਪਾਰ ਕਰਦੇ ਆ, ਜਹਾਜ਼ ਦੇ ਵਿੱਚ ਬਹਿ ਕੇ ਜਾਂਦੇ ਹੈ, ਵਸਤੂਆਂ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹੈ, ਉਹ ਵਪਾਰੀ ਲੋਕ ਆਪਣਾ ਸਾਜੋ ਸਮਾਨ ਵੇਚਦੇ ਹੈ ਅਤੇ ਉਹਨਾਂ ਦੇ ਕੋਲ ਫਿਰ ਦੂਣੇ ਚੌਣੇ ਦਮ ਹੋਣ, ਦੂਣੇ ਚੌਣੇ ਪੈਸੇ ਹੋ ਜਾਂਦੇ ਹੈ। ਕਈ ਦੂਣੇ ਕਰ ਲੈਂਦੇ ਹੈ, ਕਈ 4 ਗੁਣਾ ਕਰ ਲੈਂਦੇ ਹੈ। ਇੱਕ ਥਾਂ ਤੋਂ ਸਸਤਾ ਸਾਜੋ ਸਮਾਨ ਲਿਆ, ਦੂਜੀ ਥਾਂ 'ਤੇ ਜਾ ਕੇ ਮਹਿੰਗਾ ਵੇਚਿਆ। ਇੱਦਾਂ ਉਹ ਵਪਾਰ ਕਰਦੇ ਆ ਅਤੇ ਦੂਣੇ ਚੌਣੇ ਦਮੜੇ ਹੋ ਜਾਂਦੇ ਹੈ। ਇਸ ਤਰ੍ਹਾਂ ਨਫਾ ਪ੍ਰਾਪਤ ਕਰਕੇ ਆਪਣੇ ਬਹੁਤ ਸਾਰੇ ਉਹ ਕੰਮ ਸਵਾਰਦੇ ਹੈ ਅਤੇ ਲੋਕਾਂ ਦੇ ਵੀ ਕੰਮ ਸਵਾਰਦੇ ਹੈ। ਗੁਰਮੁਖ ਸੁਖ ਫਲ ਸਾਧ ਸੰਗ, ਭਵ ਜਲ ਅੰਦਰ ਦੁੱਤਰ ਤਾਰੀ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰਮੁਖ ਹੁੰਦੇ ਹੈ, ਜਿਵੇਂ ਮਲਾਹ ਹੁੰਦੇ ਹੈ ਨਾ, ਜਹਾਜ਼ ਨੂੰ ਚਲਾਉਣ ਵਾਲੇ ਬਹੁਤੇ ਲੋਕਾਂ ਨੂੰ ਸਮੁੰਦਰ ਤੋਂ ਪਾਰ ਕਰਦੇ ਆ, ਗੁਰਮੁਖ ਵੀ ਮਲਾਹ ਹਨ। ਉਹ ਕਿਵੇਂ ਨੇ? ਕਿਉਂਕਿ ਗੁਰਮੁਖਾਂ ਦੀ ਜਿਹੜੀ ਸਾਧ ਸੰਗਤ ਹੈ ਇਹ ਸੁਖ ਫਲ ਦੇਣ ਵਾਲੀ ਹੈ। ਭਵਜਲ ਅੰਦਰ ਦੁੱਤਰ ਤਾਰੀ, ਸੰਸਾਰ ਭੌਜਲ ਦੇ ਵਿੱਚ ਜਿਹੜੇ ਲੋਕ ਗੋਤੇ ਖਾਂਦੇ ਹੈ, ਜਿਹੜੇ ਡੁੱਬ ਰਹੇ ਹੈ, ਜਿਸ ਸੰਸਾਰ ਭੌਜਲ ਨੂੰ ਤਰਨਾ ਬਹੁਤ ਦੁੱਤਰ ਮਤਲਬ ਔਖਾ ਹੈ, ਗੁਰਮੁਖ ਮਲਾਹ ਬਣ ਕੇ ਅਨੇਕਾਂ ਨੂੰ ਸੰਸਾਰ ਭੌਜਲ ਤੋਂ ਪਾਰ ਕਰ ਦਿੰਦੇ ਹੈ। ਜਿਵੇਂ ਮਲਾਹ ਬਹੁਤਿਆਂ ਨੂੰ ਸਮੁੰਦਰ ਤੋਂ ਪਾਰ ਕਰਦਾ ਹੈ, ਇਸੇ ਤਰ੍ਹਾਂ ਗੁਰਮੁਖ ਕਈਆਂ ਦਾ ਜੀਵਨ ਸਵਾਰ ਕੇ ਸੰਸਾਰ ਤੋਂ ਉਹਨਾਂ ਦਾ ਭਲਾ ਕਰ ਦਿੰਦੇ ਹੈ, ਪਰਉਪਕਾਰ ਕਰਦੇ ਹੈ। ਗੁਰਮੁਖਾਂ ਦੀ ਸੰਗਤ ਹੀ ਜਹਾਜ਼ ਰੂਪ ਹੈ ਅਤੇ ਜਿਹੜਾ ਸੰਗਤ ਕਰਦਾ ਉਹ ਪਾਰ ਹੋ ਜਾਂਦਾ। ਆਪਾਂ ਰੋਜ਼ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਜਿਹੜੇ ਸ਼ਰਧਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਹੈ ਉਹ ਸੰਸਾਰ ਤੋਂ ਪਾਰ ਹੋ ਜਾਂਦੇ, ਗੁਰੂ ਉਹਨਾਂ ਨੂੰ ਪਾਰ ਕਰ ਦਿੰਦਾ ਹੈ। ਇਸ ਲਈ ਗੁਰਮੁਖ ਮਲਾਹ ਹਨ, ਸੱਚੇ ਮਲਾਹ ਹਨ। ਆਪ ਤਾਂ ਉਹ ਤਰਦੇ ਹੀ ਤਰਦੇ ਹੈ ਅਤੇ ਹੋਰਾਂ ਨੂੰ ਵੀ ਸੰਸਾਰ ਤੋਂ ਤਾਰ ਦਿੰਦੇ ਹਨ। ਜੀਵਨ ਮੁਕਤ ਜੁਗਤ ਨਿਰੰਕਾਰੀ। ਗੁਰਮੁਖ ਪਿਆਰੇ ਆਪ ਜੀਵਨ ਮੁਕਤ ਹਨ, ਉਹ ਜਿਉਂਦਿਆਂ ਹੀ ਮੁਕਤ ਹਨ। ਜੀਵਨ ਮੁਕਤ ਹੋ ਕਰਕੇ ਨਿਰੰਕਾਰੀ ਸਤਿਗੁਰੂ ਦੀ ਦੱਸੀ ਹੋਈ ਮਰਿਆਦਾ, ਸਤਿਗੁਰੂ ਦੀ ਦੱਸੀ ਹੋਈ ਜੁਗਤੀ ਦੇ ਨਾਲ ਨਾਮ ਰੂਪੀ ਜਹਾਜ਼ ਦੇ ਉਹ ਮਲਾਹ ਬਣਦੇ ਹੈ ਔਰ ਅਨੇਕਾਂ ਦਾ ਭਲਾ ਕਰਦੇ ਹੈ। ਗੁਰਬਾਣੀ ਦਾ ਬਚਨ ਹੈ, ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਛ ਪੋਚ। ਉਹ ਤਾਂ ਪਰ ਉਪਕਾਰ ਚਿਤਵਦੇ ਰਹਿੰਦੇ ਹੈ, ਆਵਾਜ਼ਾਂ ਦਿੰਦੇ ਰਹਿੰਦੇ ਹੈ ਲੋਕਾਂ ਨੂੰ, ਆਓ ਜਹਾਜ਼ ਤਿਆਰ ਖਲੋਤਾ ਹੈ ਘਾਟ ਦੇ ਉੱਤੇ ਅਤੇ ਇਸ ਜਹਾਜ਼ ਦੇ ਵਿੱਚ ਅਸਵਾਰ ਹੋ ਜਾਓ। ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਅਨੇਕਾਂ ਹੀ ਸਤ ਸੰਗਤ ਰੂਪੀ ਘਾਟ 'ਤੇ ਆ ਕੇ ਨਾਮ ਰੂਪੀ ਜਹਾਜ਼ 'ਤੇ ਅਸਵਾਰ ਹੋ ਜਾਂਦੇ ਹੈ ਅਤੇ ਜਹਾਜ਼ ਚੱਲ ਪੈਂਦਾ ਹੈ। ਜਿਵੇਂ ਜਿਵੇਂ ਸਿਮਰਨ ਕਰਦੇ ਜਾਂਦੇ ਹੈ, ਨਾਮ ਰੂਪੀ ਜਹਾਜ਼ ਚੱਲਦਾ ਹੈ ਅਤੇ ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਹੈ। ਸੋ ਜਿਵੇਂ ਮਲਾਹ ਪਰਉਪਕਾਰੀ ਹੈ, ਇਸੇ ਤਰ੍ਹਾਂ ਗੁਰਮੁਖ ਪਰਉਪਕਾਰੀ ਹਨ। ਅਗਲੀ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਗੁਰਮੁਖ 52 ਚੰਦਨ ਦੇ ਵਾਂਗ ਹਨ। ਜਿਵੇਂ 52 ਚੰਦਨ ਸੁਗੰਧੀ ਦਿੰਦਾ ਹੈ, ਠੰਡਾ ਹੈ, ਸ਼ੀਤਲ ਹੈ,
ਇਸੇ ਤਰ੍ਹਾਂ ਗੁਰਮੁਖ ਪਿਆਰੇ ਵੀ ਬਾਵਨ ਚੰਦਨ ਦੀ ਨਿਆਈ ਸੁਗੰਧੀ ਫੈਲਾਉਣ ਵਾਲੇ ਹੈ। ਬਾਵਨ ਚੰਦਨ ਬਿਰਖ ਹੋਏ, ਵਣ ਖੰਡ ਅੰਦਰ ਵਸੈ ਉਜਾੜੀ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਜਿਵੇਂ ਬਾਵਨ ਚੰਦਨ ਦਾ ਰੁੱਖ ਜੰਗਲ ਵਿੱਚ ਉਜਾੜ ਬੀਆਬਾਨ ਦੇ ਵਿੱਚ ਪੈਦਾ ਹੁੰਦਾ ਹੈ। ਪਾਸ ਨਿਵਾਸ ਵਣਾਸ ਪਤ, ਨਿਹਚਲ ਲਾਏ ਉਰਦ ਤਪ ਤਾੜੀ। ਉਸ ਬਾਵਨ ਚੰਦਨ ਦੇ ਕੋਲ ਜਿਹੜਾ ਜੰਗਲ ਵਿੱਚ ਪੈਦਾ ਹੋਇਆ ਹੈ, ਉਹਦੇ ਕੋਲ ਬਹੁਤ ਸਾਰੀ ਬਨਸਪਤੀ ਹੁੰਦੀ ਹੈ। ਹੋਰ ਛੋਟੀ ਵੱਡੀ ਬਨਸਪਤੀ ਰੁੱਖ ਬਹੁਤੇ ਹੁੰਦੇ ਹੈ। ਪਾਸ ਨਿਵਾਸ, ਉਹਦੇ ਕੋਲ ਵਾਸਾ ਕਰਦੀ ਹੈ ਬਹੁਤੀ ਬਨਸਪਤੀ। ਨਿਹਚਲ ਲਾਏ ਉਰਦ ਤਪ ਤਾੜੀ। ਬਾਵਨ ਚੰਦਨ, ਉਰਦ ਦਾ ਅਰਥ ਹੈ ਮੂਧਾ ਹੋ ਕੇ, ਸਿਰ ਹੇਠਾਂ ਨੂੰ ਪੈਰ ਉਤਾਂਹ ਨੂੰ। ਇਹ ਰੁੱਖ ਦੀ ਤਪੱਸਿਆ ਹੈ, ਉਹਦੀ ਤਾੜੀ ਸਮਾਧੀ ਹੈ। ਉਹ ਉਰਦ ਹੋ ਕਰਕੇ ਇੱਕ ਥਾਂ 'ਤੇ ਟਿਕ ਕੇ ਸਮਾਧੀ ਲਾਉਂਦਾ ਹੈ। ਬਾਵਨ ਚੰਦਨ ਤੁਰਿਆ ਫਿਰਦਾ ਨਹੀਂ, ਉਹ ਇੱਕ ਥਾਂ 'ਤੇ ਟਿਕਿਆ ਹੋਇਆ ਹੈ। ਪਵਨ ਗਵਨ ਸੰਬੰਧ ਕਰ, ਗੰਧ ਸੁਗੰਧ ਉਲਾਸ ਉਗਾੜੀ। ਤੇ ਹਵਾ ਦੇ ਇੱਧਰ ਉੱਧਰ ਚੱਲਣ ਦੇ ਸੰਬੰਧ ਨਾਲ ਚੰਦਨ ਆਪਣੀ ਮਹਿਕ ਦੀ ਸੁਗੰਧਤਾ ਜਿਹੜੀ ਹੈ, ਉਹ ਖੁਸ਼ੀ ਖੁਸ਼ੀ ਇੱਧਰ ਉੱਧਰ ਭੇਜ ਕੇ ਸਾਰੇ ਪਾਸੇ ਮਹਿਕ ਖਿਲਾਰ ਦਿੰਦਾ ਹੈ, ਸੁਗੰਧ ਆਪਣੀ ਪ੍ਰਗਟ ਕਰ ਦਿੰਦਾ ਹੈ। ਇੱਥੋਂ ਤੱਕ ਕੌੜੀ ਨਿੰਮ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ ਚੰਦਨ। ਉਹਦੇ ਵਿੱਚ ਇਹ ਗੁਣ ਹੈ। ਇਸੇ ਤਰ੍ਹਾਂ ਦੇ ਗੁਣ ਗੁਰਮੁਖਾਂ ਦੇ ਵਿੱਚ ਹੁੰਦੇ ਹੈ। ਉਹਨਾਂ ਦੀ ਸੁਗੰਧੀ, ਜਿਵੇਂ ਚੰਦਨ ਆਪਣੇ ਵਰਗਾ ਬਣਾ ਲੈਂਦਾ ਹੋਰ ਬਨਸਪਤੀ ਨੂੰ, ਗੁਰਮੁਖ ਵੀ ਹੋਰਾਂ ਨੂੰ, ਆਮ ਲੋਕਾਂ ਨੂੰ ਆਪਣੇ ਵਰਗਾ ਗੁਰਮੁਖ ਬਣਾ ਲੈਂਦੇ ਹੈ। ਜਿੱਥੇ ਉਹ ਆਪ ਗੁਰੂ ਦੀ ਸ਼ਰਨ ਵਿੱਚ ਪਏ ਹੋਏ ਹੁੰਦੇ ਹੈ, ਹੋਰਾਂ ਨੂੰ ਵੀ ਗੁਰੂ ਦੀ ਸ਼ਰਨ ਵਿੱਚ ਪਾ ਕੇ ਗੁਰੂ ਕਾ ਪਿਆਰਾ ਬਣਾ ਦਿੰਦੇ ਹਨ। ਅਫਲ ਸਫਲ ਸਮਦਰਸ ਹੋਏ, ਕਰੇ ਵਣਸਪਤ ਚੰਦਨ ਵਾੜੀ। ਅਫਲ ਅਤੇ ਸਫਲ ਦੋਵਾਂ ਨੂੰ ਇੱਕੋ ਜਿਹਾ ਕਰ ਦਿੰਦਾ ਹੈ। ਅਫਲ ਕਹਿੰਦੇ ਆ ਜਿਨ੍ਹਾਂ ਨੂੰ ਫਲ ਨਹੀਂ ਲੱਗਦੇ। ਕੁਝ ਰੁੱਖ ਐਸੇ ਹੁੰਦੇ ਆ ਜਿਹੜੇ ਸਿਰਫ ਛਾਂ ਦਿੰਦੇ ਆ, ਫਲ ਕੋਈ ਨਹੀਂ ਲੱਗਦਾ। ਕੁਝ ਰੁੱਖ ਐਸੇ ਹੁੰਦੇ ਆ ਜਿਹੜੇ ਫਲ ਦਿੰਦੇ ਆ, ਛਾਂ ਵੀ ਦਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਰੁੱਖ ਫਲ ਵਾਲੇ ਹੋਣ, ਭਾਵੇਂ ਨਾ ਫਲ ਵਾਲੇ ਹੋਣ, ਚੰਦਨ ਦੋਹਾਂ ਨੂੰ ਹੀ ਸੁਗੰਧਿਤ ਕਰ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਕਰਦੇ ਹੈ। ਭਾਵੇਂ ਸਾਧਨਾ ਸੰਪੰਨ ਹੋਵੇ ਕੋਈ, ਭਾਵੇਂ ਕੋਈ ਸਾਧਨਾ ਨਹੀਂ ਕਰਨ ਵਾਲਾ, ਦੋਵਾਂ ਨੂੰ ਹੀ ਗੁਰਮੁਖ ਜਿਹੜੇ ਹੈ, ਉਹਨਾਂ ਦੋਹਾਂ 'ਤੇ ਹੀ ਗੁਰਮੁਖ ਪਾਰੇ ਉਪਕਾਰ ਕਰਦਾ ਹੈ। ਕਰੇ ਵਣਸਪਤ ਚੰਦਨ ਵਾੜੀ। ਸਾਰੀ ਬਨਸਪਤੀ ਨੂੰ ਜਿਹੜਾ ਚੰਦਨ ਹੈ, ਉਹ ਚੰਦਨ ਦੀ ਵਾੜੀ ਬਣਾ ਦਿੰਦਾ, ਚੰਦਨ ਦੀ ਬਗੀਚੀ ਬਣਾ ਦਿੰਦਾ ਹੈ। ਆਮ ਬੰਦਾ ਜਿਹਨੇ ਕਦੀ ਚੰਦਨ ਵੇਖਿਆ ਨਹੀਂ, ਉਹ ਉੱਥੇ ਚਲੇ ਜਾਵੇ, ਉਹਨੂੰ ਪਤਾ ਨਹੀਂ ਲੱਗਣਾ ਵੀ ਚੰਦਨ ਹੈ ਕਿਹੜਾ, ਕਿਉਂਕਿ ਸਾਰਿਆਂ ਵਿੱਚੋਂ ਸੁਗੰਧੀ ਆ ਰਹੀ ਹੁੰਦੀ ਹੈ। ਜਿਸ ਨੂੰ ਵੇਖੇ, ਜਿਹਨੂੰ ਸੁੰਘੇ, ਉਹਦੇ ਵਿੱਚੋਂ ਹੀ ਸੁਗੰਧੀ ਆ ਰਹੀ ਹੈ। ਉਹਨੂੰ ਭੁਲੇਖਾ ਪੈ ਜਾਂਦਾ ਚੰਦਨ ਕਿਹੜਾ ਇਹਨਾਂ ਵਿੱਚੋਂ। ਸੋ ਸਾਰਿਆਂ ਨੂੰ ਉਹ ਚੰਦਨ ਦੀ ਬਗੀਚੀ ਬਣਾ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਹੈ, ਉਹਨਾਂ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹੈ। ਗੁਰਮੁਖ ਸੁਖ ਫਲ ਸਾਧ ਸੰਗ, ਪਤਤ ਪੁਨੀਤ ਕਰੈ ਦਿਹਾੜੀ। ਗੁਰਮੁਖਾਂ ਦੀ ਸਾਧ ਸੰਗਤ ਇਹ ਸਭ ਤੋਂ ਵੱਡਾ ਸੁਖ ਫਲ ਹੈ। ਔਰ ਗੁਰਮੁਖਾਂ ਦੀ ਜਿਹੜੀ ਸਾਧ ਸੰਗਤ ਹੈ, ਇਹ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਹੈ। ਕਰੈ ਦਿਹਾੜੀ ਦਾ ਮਤਲਬ ਇੱਕ ਦਿਹਾੜੀ, ਇੱਕ ਦਿਨ, ਮਤਲਬ ਛੇਤੀ ਹੀ। ਗੁਰਮੁਖਾਂ ਦੀ ਸਾਧ ਸੰਗਤ ਬਹੁਤ ਛੇਤੀ ਪਾਪੀਆਂ ਨੂੰ ਪਵਿੱਤਰ ਬਣਾ ਦਿੰਦੀ ਹੈ। ਅਨੇਕਾਂ ਪਾਪੀ ਨੇ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਸਵਰ ਗਏ।
ਜਿਨ੍ਹਾਂ ਦਾ ਜੀਵਨ ਉੱਚਾ ਬਣ ਗਿਆ, ਜਿਨ੍ਹਾਂ ਨੇ ਕੀਤੇ ਗੁਨਾਹਾਂ ਔਗਣਾਂ ਨਸ਼ਿਆਂ ਤੋਂ ਤੋਬਾ ਕਰ ਲਈ ਕਿ ਹੁਣ ਅਸੀਂ ਗੁਰੂ ਦੀ ਮੱਤ ਅਨੁਸਾਰ ਹੀ ਆਪਣਾ ਜੀਵਨ ਜਿਉਣਾ ਹੈ। ਸੋ ਇਸ ਤਰ੍ਹਾਂ ਗੁਰਮੁਖਾਂ ਦੇ ਵਿੱਚ ਇਹ ਸਮਰੱਥਾ ਹੁੰਦੀ ਹੈ। ਉਹ ਮਿਹਰ ਦੀ ਦ੍ਰਿਸ਼ਟੀ ਜਦੋਂ ਕਰਦੇ ਹੈ, ਪਾਪੀਆਂ ਨੂੰ ਵੀ ਪਵਿੱਤਰ ਜੀਵਨ ਵਾਲਾ ਕਰ ਦਿੰਦੇ ਹਨ। ਔਗਣ ਕੀਤੇ ਗੁਣ ਕਰੈ, ਕੱਚ ਪਕਾਈ ਉੱਪਰ ਵਾੜੀ। ਉਹਨਾਂ ਦੇ ਨਾਲ ਕੋਈ ਔਗਣ ਕਰੇ, ਗੁਰਮੁਖਾਂ ਦੇ ਨਾਲ ਉਹਨਾਂ ਦਾ ਬੁਰਾ ਲੋਚੇ, ਕੋਈ ਗੁਰਮੁਖਾਂ ਦਾ ਬੁਰਾ ਕਰੇ ਤਾਂ ਵੀ ਉਹ ਭਲਾਈ ਕਰਦੇ ਹੈ। ਉਹ ਆਪਣਾ ਗੁਣ ਨਹੀਂ ਛੱਡਦੇ ਕਦੀ, ਪਰਉਪਕਾਰ ਕਰਨ ਵਾਲਾ ਸਦਾ ਪਰਉਪਕਾਰ ਕਰਦੇ। ਕਹਿੰਦੇ ਚਲੋ ਕੋਈ ਨਾ, ਪਰਮੇਸ਼ਰ ਦੇਖਦਾ ਹੈ। ਗੁਰਮੁਖਾਂ ਦਾ ਕੋਈ ਬੁਰਾ ਕਰੇ ਤਾਂ ਵੀ ਗੁਰਮੁਖ ਭਲਾ ਹੀ ਕਰਦੇ ਹੈ। ਇਹ ਵਿਰਲਿਆਂ ਦੇ ਹਿੱਸੇ ਆਉਂਦਾ, ਨਹੀਂ ਤਾਂ ਬੰਦੇ ਦੇ ਅੰਦਰ ਨਾ ਬਦਲੇ ਦੀ ਭਾਵਨਾ ਬਹੁਤ ਹੁੰਦੀ ਹੈ ਵੀ ਫਲਾਣੇ ਨੇ ਮੇਰਾ ਬੁਰਾ ਕੀਤਾ ਜਾਂ ਮੈਨੂੰ ਬੁਰਾ ਬੋਲ ਕਿਹਾ, ਮੈਨੂੰ ਸਮਾਂ ਮਿਲ ਲੈਣ ਦੇ, ਮੈਂ ਵੀ ਉਹਦਾ ਬੁਰਾ ਕਰਨਾ, ਉਹ ਵੀ ਚੇਤੇ ਕਰੇਗਾ। ਆਮ ਬੰਦੇ ਦੇ ਮਨ ਵਿੱਚ ਇਹ ਹੁੰਦਾ ਹੈ। ਪਰ ਗੁਰਮੁਖ ਜੇ ਉਹਨਾਂ ਦਾ ਕੋਈ ਬੁਰਾ ਕਰੇ ਉਹ ਵੀ ਭਲਾਈ ਕਰਦੇ ਹੈ। ਅਤੇ ਸਿੱਖ ਤਾਂ ਨਿੱਤ ਅਰਦਾਸ ਵਿੱਚ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਪਾਸੇ ਕਹੀ ਜਾਈਏ ਸਰਬੱਤ ਦਾ ਭਲਾ, ਦੂਜੇ ਪਾਸੇ ਜੇ ਕਿਸੇ ਦੇ ਪ੍ਰਤੀ ਮਨ ਵਿੱਚ ਭੈੜਾ ਖਿਆਲ ਰੱਖੇ, ਅਰਦਾਸ ਵਿੱਚ ਤਾਂ ਤੂੰ ਕਹਿਤਾ ਸਰਬੱਤ ਦਾ, ਸਰਬੱਤ ਦੇ ਵਿੱਚ ਤਾਂ ਉਹ ਵੀ ਆ ਗਿਆ ਵੀ ਉਹਦਾ ਵੀ ਭਲਾ, ਫਿਰ ਕਿਉਂ ਸੋਚਦਾ ਕਿਸੇ ਦੇ ਪ੍ਰਤੀ ਬੁਰਾ। ਸੋ ਗੁਰਮੁਖ ਸਦਾ ਪਰਉਪਕਾਰ ਕਰਦੇ ਹੈ। ਕੱਚ ਪਕਾਈ ਉੱਪਰ ਵਾੜੀ, ਅਤੇ ਜਿਨ੍ਹਾਂ ਦੀ ਬੁੱਧੀ ਕੱਚੀ ਹੁੰਦੀ ਹੈ, ਜਿਨ੍ਹਾਂ ਦੀ ਮੱਤ ਕੱਚੀ ਹੁੰਦੀ ਹੈ, ਉਹਨਾਂ ਨੂੰ ਸਾਧ ਸੰਗਤ ਦੀ ਵਾੜੀ, ਵਾੜੀ ਦਾ ਮਤਲਬ ਹੁੰਦਾ ਬਗੀਚੀ, ਜਿਵੇਂ ਫੁੱਲਾਂ ਦੀ ਬਗੀਚੀ ਹੁੰਦੀ ਹੈ। ਗੁਰਮੁਖ ਕੀ ਕਰਦੇ ਹੈ, ਕੱਚੀ ਮੱਤ ਵਾਲਿਆਂ ਨੂੰ ਸਾਧ ਸੰਗਤ ਦੀ ਬਗੀਚੀ ਦੇ ਉੱਤੇ ਲੈ ਕੇ ਆਉਂਦੇ ਹੈ, ਅਤੇ ਇੱਥੇ ਫਿਰ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੀ ਮੱਤ ਪੱਕੀ ਕਰ ਦਿੰਦੇ। ਇਹੋ ਜਿਹੀ ਪੱਕੀ ਵੀ ਫਿਰ ਉਹ ਕਦੀ ਡੋਲਦੇ ਨਹੀਂ। ਕੱਚੇ ਡੋਲਦੇ ਹੁੰਦੇ ਨੇ, ਪੱਕੇ ਕਦੇ ਡੋਲਦੇ ਨਹੀਂ। ਤਾਂ ਹੀ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਨਾਨਕ ਕੱਚੜਿਆਂ ਸਿਉ ਤੋੜ। ਪਾਤਸ਼ਾਹ ਜੀ ਕਹਿੰਦੇ ਜਿਹੜੇ ਕੱਚੇ ਪਿੱਲੇ ਲੋਕ ਨੇ ਨਾ, ਤੋੜ ਲਾ ਇਹਨਾਂ ਦੇ ਨਾਲੋਂ, ਕੱਚਿਆਂ ਦੇ ਪਿੱਛੇ ਨਾ ਪਵੀਂ। ਢੂੰਡ ਸੱਜਣ ਸੰਤ ਪੱਕਿਆਂ, ਕਹਿੰਦੇ ਜਿਹੜੇ ਪੂਰੇ ਪੱਕੇ ਨੇ, ਅਡੋਲ ਹਨ, ਦ੍ਰਿੜ ਹਨ, ਜਿਹੜੇ ਕਦੇ ਡੋਲਣ ਵਾਲੇ ਨਹੀਂ। ਐਸੇ ਸਿੱਖ ਮਹਾਰਾਜ ਨੇ ਬਣਾਏ ਹੈ। ਚੇਤੇ ਕਰੋ ਚਮਕੌਰ ਦੀ ਗੜੀ, ਇੱਕ ਪਾਸੇ 10 ਲੱਖ ਹੈ, ਗੁਰ ਅਸਨਹ ਚੇ ਕਾਰੇ ਕੁਨਦ ਚਹਿਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ। ਇੱਕ ਪਾਸੇ 10 ਲੱਖ ਹੈ, ਕਿੱਥੇ ਗਿਣਤੀ ਹੈ, ਅਤੇ ਦੂਜੇ ਪਾਸੇ 40, ਪਰ ਉਹ 40 ਪੂਰੇ ਪੱਕੇ ਨੇ, ਦ੍ਰਿੜ ਇਰਾਦੇ ਵਾਲੇ। ਸਾਥ ਛੱਡ ਕੇ ਭੱਜਣ ਵਾਲਾ ਉਹਨਾਂ 'ਚੋਂ ਇੱਕ ਵੀ ਨਹੀਂ ਹੈ। ਕਿਸੇ ਇੱਕ ਵੀ ਸਿੱਖ ਨੇ ਗੁਰੂ ਦਾ ਸਾਥ ਛੱਡ ਕੇ ਜਾਣਾ ਕੀਤਾ ਹੋਵੇ, ਬਿਲਕੁਲ ਨਹੀਂ। ਜਾਨਾਂ ਕੁਰਬਾਨ ਕੀਤੀਆਂ, ਹੱਸ ਹੱਸ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਭਾਵੇਂ ਉਸ ਵੇਲੇ ਚਮਕੌਰ ਦੀ ਗੜੀ ਕੱਚੀ ਸੀ, ਪਰ ਉਹਦੇ ਵਿੱਚ ਵਾਸਾ ਪੱਕਿਆਂ ਦਾ ਹੋ ਗਿਆ। ਅਤੇ ਅੱਜ ਉੱਥੇ ਹਰ ਸਿੱਖ ਜਾ ਕੇ ਜਿਹੜਾ ਵੀ ਜਾਂਦਾ ਮੱਥਾ ਟੇਕਦਾ ਉਹਨਾਂ ਸ਼ਹੀਦਾਂ ਨੂੰ। ਅਤੇ ਅੱਲਾ ਯਾਰ ਖਾਂ ਜੋਗੀ ਲਿਖਦੇ ਹੈ, ਕਹਿੰਦੇ ਦੁਨੀਆ ਵਿੱਚ ਇੱਕੋ ਹੀ ਤੀਰਥ ਹੈ, ਬਸ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲੀਏ, कटाए बाप ने बच्चे जहाँ खुदा के लिए, चमक है मेहर की चमकौर तेरे ज़र्रों में, यहीं से सितारे बन के गए आसमां के लिए। कहता चमकौर दी धरती ते जाया करो, मत्था टेकिया करो। ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਹੋਰ ਥਾਵਾਂ 'ਤੇ ਲੈ ਕੇ ਜਾਂਦੇ ਹਾਂ, ਕਈ ਵਾਰ ਛੁੱਟੀਆਂ ਹੁੰਦੀਆਂ ਸਕੂਲਾਂ ਤੋਂ, ਕਈ ਪਿਕਨਿਕ ਮਨਾਉਣ ਜਾਂਦੇ ਹੈ,
ਇਹਨਾਂ ਥਾਵਾਂ 'ਤੇ ਗੁਰ ਅਸਥਾਨਾਂ 'ਤੇ ਜ਼ਰੂਰ ਲੈ ਕੇ ਜਾਇਆ ਕਰੋ, ਨਾਲੇ ਉਹਨਾਂ ਨੂੰ ਇਤਿਹਾਸ ਦੱਸਿਆ ਕਰੋ। ਇੱਥੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ। 5 ਪਿਆਰਿਆਂ ਵਿੱਚੋਂ 3 ਪਿਆਰਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ। 35 ਦੇ ਕਰੀਬ ਹੋਰ ਸਤਿਗੁਰੂ ਦੇ ਸਿੰਘ ਸ਼ਹੀਦ ਹੋਏ ਨੇ ਇੱਥੇ ਚਮਕੌਰ। ਇਤਿਹਾਸ ਦੱਸਿਆ ਕਰੋ ਉਹਨਾਂ ਨੂੰ। ਸਿਆਲ ਦੀਆਂ ਛੁੱਟੀਆਂ ਆਉਂਦੀਆਂ, ਸਰਦੀਆਂ ਦੀਆਂ, ਸਰਹੰਦ ਲੈ ਕੇ ਜਾਇਆ ਕਰੋ ਫਤਿਹਗੜ੍ਹ ਸਾਹਿਬ, ਵੀ ਇਹ ਫਤਿਹਗੜ੍ਹ ਕਿਵੇਂ ਬਣਿਆ, ਕਿਵੇਂ ਫਤਿਹਗੜ੍ਹ ਦਾ ਮਤਲਬ ਹੁੰਦਾ ਫਤਿਹ ਦਾ ਕਿਲ੍ਹਾ, ਜਿੱਥੇ ਫਤਿਹ ਜਿੱਤ ਪ੍ਰਾਪਤ ਕੀਤੀ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਕਿਵੇਂ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ। ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਸਿਜਦਾ ਕਰਿਆ ਕਰੀਏ, ਦੱਸਿਆ ਕਰੀਏ ਬੱਚਿਆਂ ਨੂੰ। ਆਨੰਦਪੁਰ ਸਾਹਿਬ ਦਰਸ਼ਨ ਕਰਵਾਇਆ ਕਰੀਏ। ਇਹ ਅਸਥਾਨ ਗੁਰੂ ਕੇ ਨੇ, ਬੇਅੰਤ ਅਸਥਾਨ ਹਨ ਸਤਿਗੁਰੂ ਦੇ। ਕਦੇ ਦਿੱਲੀ ਜਾਓ, ਗੁਰਦੁਆਰਾ ਸੀਸਗੰਜ ਸਾਹਿਬ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੱਥੇ ਸ਼ਹੀਦ ਹੋਏ, ਨਾਲ ਦੇ 3 ਸਿੱਖ ਸ਼ਹੀਦ ਹੋਏ, ਉੱਥੇ ਲੈ ਕੇ ਜਾਓ, ਉਹਨਾਂ ਨੂੰ ਮੱਥਾ ਟਿਕਾਓ। ਗੁਰਦੁਆਰਾ ਰਕਾਬਗੰਜ ਸਾਹਿਬ, ਧੰਨ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ। ਬੇਅੰਤ ਥਾਂ ਨੇ ਸ਼ਹੀਦਾਂ ਦੇ, ਜਿੱਥੇ ਗੁਰੂ ਨੇ ਪਰਉਪਕਾਰ ਕੀਤਾ। ਅੱਜ ਵੀ ਨਿਸ਼ਾਨੀਆਂ ਮੌਜੂਦ ਨੇ, ਤਾਂ ਉਹਨਾਂ ਨੂੰ ਦੱਸਿਆ ਕਰੀਏ। ਸਤਿਗੁਰੂ ਨੇ ਏਡੀ ਵੱਡੀ ਕਿਰਪਾ ਕੀਤੀ ਹੈ। ਉਹ ਸਿੱਖ ਗੁਰੂ ਦੀ ਸ਼ਰਨ ਵਿੱਚ ਜਿਹੜੇ ਰਹੇ, ਉਹ ਪੱਕੇ ਸੀ, ਕਦੇ ਡੋਲਣ ਵਾਲੇ ਨਹੀਂ ਸੀ। ਜਿੰਨੇ ਮਰਜ਼ੀ ਜ਼ੁਲਮ ਦੇ ਝੱਖੜ ਝੁੱਲੇ, ਪਰ ਕਦੇ ਵੀ ਉਹ ਸਿੱਖ ਡੋਲੇ ਨਹੀਂ। ਉਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਸਾਡੇ ਜੀਵਨ ਵਿੱਚ ਛੋਟੇ ਮੋਟੇ ਦੁੱਖ ਨੇ, ਇਹ ਤਾਂ ਕੋਈ ਦੁੱਖ ਹੀ ਨਹੀਂ। ਅਤੇ ਜਦੋਂ ਉਹਨਾਂ ਦੇ ਜੀਵਨ ਵੱਲ ਤੱਕਦੇ ਹਾਂ, ਸਤਿਗੁਰੂ ਦੇ ਜੀਵਨ ਵੱਲ ਵੇਖਦੇ ਹਾਂ, ਪੜ੍ਹਦੇ ਹਾਂ, ਅਤੇ ਸੰਸਾਰੀ ਤੌਰ 'ਤੇ ਜੇ ਆਪਾਂ ਵਿਚਾਰੀਏ ਕਿੱਡੇ ਵੱਡੇ ਦੁੱਖ ਸੀ, ਪਰ ਸਤਿਗੁਰੂ ਨੇ ਹੱਸ ਹੱਸ ਕੇ ਉਹਨਾਂ ਨੂੰ ਵੀ ਪ੍ਰਵਾਨ ਕੀਤਾ। ਤਤੀਆਂ ਤਵੀਆਂ 'ਤੇ ਬਹਿ ਗਏ। ਮਹਾਰਾਜ ਸੱਚੇ ਪਾਤਸ਼ਾਹ ਅਤੇ ਭਾਣਾ ਮੰਨ ਕੇ ਸਾਨੂੰ ਰੱਬੀ ਰਜਾ ਦੇ ਵਿੱਚ ਚੱਲਣ ਦਾ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ, ਜਿਹੜੇ ਸਾਧ ਸੰਗਤ ਦੀ ਬਗੀਚੀ ਵਿੱਚ ਆ ਜਾਂਦੇ ਆ ਨਾ, ਉਹ ਪੱਕੇ ਬਣ ਜਾਂਦੇ ਹੈ। ਕੱਚ ਪਕਾਈ ਉੱਪਰ ਵਾੜੀ, ਉਹ ਕੱਚਿਆਂ ਤੋਂ ਪੱਕੇ ਹੋ ਜਾਂਦੇ ਆ ਸਾਧ ਸੰਗਤ ਦੀ ਬਗੀਚੀ 'ਤੇ ਆ ਕੇ। ਐਸਾ ਦ੍ਰਿੜ ਨਿਸ਼ਚਾ ਅਤੇ ਵਿਸ਼ਵਾਸ ਉਹਨਾਂ ਦਾ ਬਣਦਾ ਹੈ। ਨੀਰ ਨਾ ਡੋਬੈ ਅੱਗ ਨਾ ਸਾੜੀ, ਅਤੇ ਐਸੇ ਗੁਰਮੁਖਾਂ ਨੂੰ ਪਾਣੀ ਵੀ ਨਹੀਂ ਡੁਬੋਂਦਾ। ਜਦੋਂ ਦ੍ਰਿੜ ਵਿਸ਼ਵਾਸ ਪੂਰਨ ਹੋ ਜਾਵੇ ਪਰਮਾਤਮਾ 'ਤੇ, ਫਿਰ ਨਾ ਪਾਣੀ ਡੋਬਦਾ ਨਾ ਅੱਗ ਸਾੜਦੀ ਹੈ। ਭਗਤ ਪ੍ਰਹਿਲਾਦ ਬਾਰੇ ਤਾਂ ਆਪਾਂ ਕਿੰਨੀ ਵਾਰਾਂ ਸੁਣਿਆ ਹੈ। ਹਰਨਾਕਸ਼ ਨੇ ਕਿੰਨੇ ਯਤਨ ਕੀਤੇ ਸੀ, ਨਾ ਪਾਣੀ ਨੇ ਡੋਬਿਆ ਅਤੇ ਨਾ ਅੱਗ ਨੇ ਸਾੜਿਆ। ਜਲੈ ਨਾ ਡੁੱਬੈ ਗੁਰ ਪ੍ਰਸਾਦ, ਗੁਰੂ ਦੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਪਾਣੀ ਡੋਬ ਨਹੀਂ ਸਕਿਆ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਸੋ ਗੱਲ ਤਾਂ ਇਹ ਹੈ ਵੀ ਵਿਸ਼ਵਾਸ ਅਤੇ ਦ੍ਰਿੜ ਇਰਾਦਾ। ਜੇ ਬੰਦਾ ਡੋਲ ਗਿਆ ਤਾਂ ਗਿਆ, ਪਰ ਜੇ ਅਡੋਲ ਹੈ ਤਾਂ ਉਹ ਵੱਡੀ ਤੋਂ ਵੱਡੀ ਮੁਸ਼ਕਿਲ ਦੇ ਨਾਲ, ਵਿਪਤਾ ਦੇ ਨਾਲ ਮੱਥਾ ਲਾ ਕੇ ਵੀ ਪਾਰ ਹੋ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਆ, ਗੁਰਮੁਖ ਜਿਹੜੇ ਹੈ ਬੜੇ ਪਰਉਪਕਾਰੀ, ਆਪ ਅਡੋਲ ਪੱਕੇ ਹੁੰਦੇ ਹੈ ਅਤੇ ਕੱਚਿਆਂ ਨੂੰ ਵੀ ਉਹ ਪੱਕੇ ਕਰ ਲੈਂਦੇ ਹੈ। ਹੁਣ ਬਹੁਤੇ ਲੋਕ ਸਨ ਜਿਹੜੇ ਐਸੇ ਸਨ, ਕੱਚੇ ਸੀ, ਗੁਰੂ ਸਾਹਿਬ ਨੇ ਐਸੇ ਪੱਕੇ ਕੀਤੇ, ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਬਣੇ, ਜ਼ੁਲਮ ਦੇ ਖਿਲਾਫ ਡਟਣ ਵਾਲੇ ਬਣ ਗਏ। ਸੋ ਪਰਉਪਕਾਰੀ ਹਨ ਗੁਰਮੁਖ ਪਿਆਰੇ। ਅਗਲੀ 7ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਜਿਹੜੇ ਹੁੰਦੇ ਹੈ ਨਾ, ਜਿਵੇਂ ਸੂਰਜ ਪ੍ਰਕਾਸ਼ ਕਰਦਾ, ਰੌਸ਼ਨੀ ਦਿੰਦਾ ਹੈ, ਇਸੇ ਤਰ੍ਹਾਂ ਗੁਰਮੁਖ ਵੀ ਗਿਆਨ ਦੀ ਰੌਸ਼ਨੀ ਵੰਡਣ ਵਾਲੇ ਹੈ, ਸੂਰਜ ਵਾਂਗ ਪ੍ਰਕਾਸ਼ ਕਰਨ ਵਾਲੇ। ਉਦਾਹਰਣ ਦੇ ਕੇ ਸਮਝਾਉਂਦੇ ਹੈ, ਰਾਤ ਹਨੇਰੀ ਅੰਧਕਾਰ
ਲੱਖ ਕਰੋੜੀ ਚਮਕਨ ਤਾਰੇ। ਰਾਤ ਹਨੇਰੀ ਹੁੰਦੀ ਹੈ, ਬਹੁਤ ਘੁੱਪ ਹਨੇਰਾ ਹੁੰਦਾ ਰਾਤ ਨੂੰ, ਅਤੇ ਆਕਾਸ਼ ਦੇ ਵਿੱਚ ਲੱਖਾਂ ਕਰੋੜਾਂ ਤਾਰੇ ਚਮਕਦੇ ਹੈ। ਇਹ ਵੀ ਗੱਲ ਹੈ, ਜਦੋਂ ਹਨੇਰਾ ਹੁੰਦਾ ਨਾ ਤਾਰੇ ਉਦੋਂ ਹੀ ਬਹੁਤੇ ਚਮਕਦੇ ਹੈ, ਅਤੇ ਸੂਰਜ ਚੜ੍ਹ ਜਾਵੇ ਫਿਰ ਤਾਰੇ ਅਲੋਪ ਹੋ ਜਾਂਦੇ ਹੈ। ਜਦੋਂ ਅੰਧਕਾਰ ਹੋਵੇ ਨਾ ਦੁਨੀਆ ਵਿੱਚ, ਅਗਿਆਨਤਾ ਹੋਵੇ, ਉਦੋਂ ਹੀ ਫਿਰ ਪਖੰਡ ਦੇ ਤਾਰੇ ਚਮਕਦੇ ਹੈ ਬਹੁਤੇ। ਪਰ ਜਦੋਂ ਕੋਈ ਗੁਰਮੁਖ ਪਰਉਪਕਾਰੀ ਗਿਆਨ ਬਖਸ਼ੇ ਆ ਕੇ ਚਾਨਣਾ ਦੇਵੇ, ਫਿਰ ਉਹ ਪਖੰਡ ਵਹਿਮ ਭਰਮ ਸਾਰੇ ਦੂਰ ਹੋ ਜਾਂਦੇ ਹੈ। ਆਕਾਸ਼ ਦੇ ਵਿੱਚ ਲੱਖਾਂ ਕਰੋੜਾਂ ਤਾਰੇ ਚਮਕਦੇ ਹੈ, ਹਨੇਰੀ ਰਾਤ ਹੁੰਦੀ ਹੈ। ਘਰ ਘਰ ਦੀਵੇ ਬਾਲੀਅਨ, ਪਰ ਘਰ ਤੱਕਨ ਚੋਰ ਚਕਾਰੇ। ਰਾਤ ਵੇਲੇ ਘਰ ਘਰ ਵਿੱਚ ਦੀਵੇ ਬਾਲੇ ਜਾਂਦੇ ਹੈ ਚਾਨਣ ਕਰਨ ਲਈ, ਅਤੇ ਉਧਰ ਜਿਹੜੇ ਚੋਰ ਚਕਾਰੇ ਹੁੰਦੇ ਹੈ, ਚੋਰ ਉਹ ਚੱਕੇ ਉਹ ਪਰਾਏ ਘਰਾਂ ਨੂੰ ਤੱਕਦੇ ਹੈ ਵੀ ਮੌਕਾ ਮਿਲ ਜਾਏ ਕਿਤੇ ਸੰਨ ਲਾ ਲਈਏ, ਕੋਈ ਸਾਜੋ ਸਮਾਨ, ਕੋਈ ਨਗਦੀ, ਕੋਈ ਸੋਨਾ, ਕੋਈ ਗਹਿਣਾ ਸਾਡੇ ਹੱਥ ਲੱਗ ਜਾਏ। ਰਾਤ ਕਰਕੇ ਹੀ ਚੋਰ ਪਰਾਏ ਘਰਾਂ ਨੂੰ ਤੱਕਦੇ ਹਨ। ਹੱਟ ਪੱਟਣ ਘਰ ਬਾਰੀਆ, ਦੇ ਦੇ ਤਾਕ ਸਵਨ ਨਰ ਨਾਰੇ। ਹੱਟੀਆਂ ਅਤੇ ਪੱਟਣ ਜਿਹੜੇ ਸ਼ਹਿਰ ਹਨ, ਘਰ ਬਾਰੀਆ ਘਰ ਦੇ ਵਿੱਚ ਰਹਿਣ ਵਾਲੇ ਲੋਕ, ਨਰ ਨਾਰੇ ਪੁਰਸ਼ ਇਸਤਰੀਆਂ ਸਾਰੇ ਘਰ ਦੇ ਦਰਵਾਜ਼ੇ ਬੰਦ ਕਰਕੇ ਜਿੰਦੇ ਕੁੰਡੇ ਲਾ ਕੇ ਸੌਂ ਜਾਂਦੇ ਹੈ। ਘਰ ਦੇ ਦਰਵਾਜ਼ੇ ਚੰਗੀ ਤਰ੍ਹਾਂ ਕਿਵਾੜ ਬੰਦ ਕਰ ਲੈਂਦੇ ਹੈ, ਜਿੰਦੇ ਲਾ ਲੈਂਦੇ ਹੈ ਵੀ ਕੋਈ ਚੋਰ ਨਾ ਰਾਤ ਵੇਲੇ ਆ ਕੇ ਚੋਰੀ ਕਰ ਲਵੇ। ਸੂਰਜ ਜੋਤ ਉਦੋਤ ਕਰ, ਤਾਰੇ ਤਾਰ ਹਨੇਰ ਨਿਵਾਰੇ। ਜਦੋਂ ਦਿਨ ਚੜ੍ਹਦਾ ਨਾ ਸੂਰਜ ਆਪਣੀ ਜੋਤ ਦਾ ਪ੍ਰਕਾਸ਼ ਕਰਦਾ ਹੈ ਅਤੇ ਹਨੇਰਾ ਦੂਰ ਕਰ ਦਿੰਦਾ ਹੈ, ਤਾਰੇ ਵੀ ਤਾਰ ਅਲੋਪ ਕਰ ਦਿੰਦਾ ਹੈ। ਸੂਰਜ ਚੜ੍ਹਨ ਦੇ ਨਾਲ ਤਾਰੇ ਵੀ ਅਲੋਪ ਹੋ ਜਾਂਦੇ ਹੈ ਅਤੇ ਹਨੇਰਾ ਵੀ ਦੂਰ ਹੋ ਜਾਂਦਾ ਹੈ। ਬੰਧਨ ਮੁਕਤ ਕਰਾਇਂਦਾ, ਨਾਮਦਾਨ ਇਸ਼ਨਾਨ ਵਿਚਾਰੇ। ਸੂਰਜ ਲੋਕਾਂ ਨੂੰ ਬੰਧਨ ਤੋਂ ਮੁਕਤ ਕਰਵਾਉਂਦਾ ਹੈ। ਸਾਰੇ ਘਰ ਦੇ ਵਿੱਚ ਪਏ ਹੁੰਦੇ ਨੇ, ਦਰਵਾਜ਼ੇ ਲਾ ਕੇ, ਬੰਧਨ ਹੈ, ਘਰ ਵਿੱਚ ਸੁੱਤੇ ਨੇ। ਪਰ ਜਦੋਂ ਸੂਰਜ ਚੜ੍ਹਦਾ ਹੈ, ਸਵੇਰੇ ਉੱਠਦਿਆਂ ਬੰਦਾ ਘਰ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ। ਦਿਨੇ ਤਾਂ ਕੋਈ ਜਿੰਦੇ ਕੁੰਡੇ ਲਾ ਕੇ ਨਹੀਂ ਪਿਆ ਰਹਿੰਦਾ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਬੰਧਨ ਵਿੱਚ ਪਏ ਸੀ ਨਾ ਲੋਕ, ਘਰਾਂ ਵਿੱਚ ਬੰਦ ਸੀ, ਸੁੱਤੇ ਸੀ, ਜਦੋਂ ਸੂਰਜ ਚੜ੍ਹਦਾ ਸੂਰਜ ਉਹਨਾਂ ਨੂੰ ਬੰਧਨ ਤੋਂ ਮੁਕਤ ਕਰਵਾਉਂਦਾ। ਲੋਕ ਆਪੋ ਆਪਣੇ ਕੰਮਾਂ 'ਤੇ ਨਹਾ ਧੋ ਕੇ ਤੁਰ ਜਾਂਦੇ ਹੈ। ਨਾਮ ਦਾਨ ਇਸ਼ਨਾਨ ਵਿਚਾਰੇ, ਕੋਈ ਨਾਮ ਜਪਦਾ, ਕੋਈ ਦਾਨ ਕਰਦਾ, ਕੋਈ ਇਸ਼ਨਾਨ ਕਰਦਾ, ਔਰ ਕੋਈ ਕੰਮਾਂ ਕਾਰਾਂ ਦੀ ਵਿਚਾਰ ਕਰਦਾ ਵੀ ਆਹ ਕੰਮ ਅੱਜ ਮੈਂ ਕਰ ਲਵਾਂ। ਸੋ ਬੰਧਨਾਂ ਤੋਂ ਮੁਕਤ ਕਰ ਦਿੰਦਾ ਸੂਰਜ। ਗੁਰਮੁਖ ਸੁਖ ਫਲ ਸਾਧ ਸੰਗ, ਪਸ਼ੂ ਪ੍ਰੇਤ ਪਤਤ ਨਿਸਤਾਰੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੀ ਸਾਧ ਸੰਗਤ ਸੁਖ ਫਲ ਦੇਣ ਵਾਲੀ ਹੈ। ਜਿਵੇਂ ਸੂਰਜ ਚਾਨਣ ਦਿੰਦਾ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਗਿਆਨ ਦਾ ਚਾਨਣ ਵੰਡਦੇ ਹੈ, ਭੁੱਲਿਆਂ ਭਟਕਿਆਂ ਨੂੰ ਸੋਝੀ ਬਖਸ਼ਦੇ ਹੈ। ਜਿਵੇਂ ਸੂਰਜ ਲੋਕਾਂ ਨੂੰ ਬੰਧਨ ਤੋਂ ਮੁਕਤ ਕਰਦਾ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਲੋਕਾਂ ਨੂੰ ਮੋਹ ਮਾਇਆ ਮਮਤਾ ਦੇ ਬੰਧਨਾਂ ਤੋਂ ਮੁਕਤ ਕਰ ਦਿੰਦੇ ਹੈ। ਉਹ ਫਿਰ ਬੰਧਨਾਂ ਵਿੱਚ ਨਹੀਂ ਬੱਝੇ ਰਹਿੰਦੇ। ਫਿਰ ਲੋਕ ਨਾਮਦਾਨ ਇਸ਼ਨਾਨ ਕਰਦੇ ਆ, ਆਪ ਜਪਦੇ, ਹੋਰਾਂ ਨੂੰ ਜਪਾਉਂਦੇ। ਸੂਰਜ ਵਰਗੇ ਹੁੰਦੇ ਨੇ ਗੁਰਮੁਖ ਪਿਆਰੇ, ਨਿੱਘ ਦੇਣ ਵਾਲੇ ਹੈ, ਚਾਨਣ ਦੇਣ ਵਾਲੇ ਹੈ, ਸੋਝੀ ਬਖਸ਼ਣ ਵਾਲੇ ਹੈ, ਅਤੇ ਅਨੇਕਾਂ ਹੀ ਪਾਪੀਆਂ ਨੂੰ ਤਾਰ ਦੇਣ ਵਾਲੇ ਹੈ। ਪਸ਼ੂ ਪ੍ਰੇਤ ਪਤਤ ਨਿਸਤਾਰੇ। ਗੁਰਮੁਖਾਂ ਦੀ ਜਿਹੜੀ ਸੰਗਤ ਹੈ ਉਹ ਪਸ਼ੂਆਂ ਨੂੰ, ਪ੍ਰੇਤਾਂ ਨੂੰ ਅਤੇ ਮੂਰਖਾਂ ਨੂੰ ਤਾਰ ਦਿੰਦੀ ਹੈ। ਮਤਲਬ ਜਿਹੜੇ ਪਸ਼ੂ ਬਿਰਤੀ ਵਾਲੇ ਲੋਕ ਨੇ, ਜਿਨ੍ਹਾਂ ਦੀ ਪਸ਼ੂ ਬਿਰਤੀ ਹੈ, ਪ੍ਰੇਤ ਬਿਰਤੀ ਹੈ, ਮੂਰਖ ਹਨ, ਜਿਹੜੇ ਬੇਸਮਝ ਹਨ, ਉਹਨਾਂ ਨੂੰ ਗੁਰਮੁਖ ਤਾਰ ਦਿੰਦੇ ਹੈ।
ਪਰ ਉਪਕਾਰੀ ਗੁਰੂ ਪਿਆਰੇ। ਗੁਰੂ ਪਿਆਰੇ ਸਦਾ ਹੀ ਪਰ ਉਪਕਾਰੀ ਹੁੰਦੇ ਹੈ, ਪਰ ਉਪਕਾਰ ਕਰਦੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਅੰਧਕਾਰ ਮਿਟਿਓ ਤਿਹ ਤਨ ਤੇ। ਮਹਾਰਾਜ ਕਹਿੰਦੇ ਉਹਦੇ ਅੰਦਰੋਂ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰ ਸ਼ਬਦ ਦੀਪਕ ਪ੍ਰਗਾਸਾ, ਜਿਹਨੇ ਗੁਰੂ ਸ਼ਬਦ ਦਾ ਦੀਵਾ ਆਪਣੇ ਅੰਦਰ ਬਾਲ ਲਿਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ। ਰਤਨ ਕੋਠੜੀ ਖੁੱਲੀ ਅਨੂਪਾ। ਐਸਾ ਜੀਵਨ ਹੁੰਦਾ ਗੁਰਮੁਖਾਂ ਦਾ। ਸੂਰਜ ਵਰਗੇ ਉਹ ਪਰ ਉਪਕਾਰੀ ਹਨ। ਇਸ ਤੋਂ ਅਗਲੀ ਪੌੜੀ 8ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਉੱਤੇ ਸਦਾ ਵਸਦੇ ਹੈ। ਮਾਨ ਸਰੋਵਰ ਆਖੀਐ, ਉੱਪਰ ਹੰਸ ਸੁਵੰਸ ਵਸੰਦੇ। ਮਾਨ ਸਰੋਵਰ ਕਿਹਾ ਜਾਂਦਾ ਹੈ। ਜਿਹੜਾ ਮਾਨ ਸਰੋਵਰ ਕਿਹਾ ਜਾਂਦਾ ਹੈ, ਉਸ ਮਾਨ ਸਰੋਵਰ ਦੇ ਉੱਤੇ ਚੰਗੀ ਵੰਸ ਵਾਲੇ ਹੰਸ ਵਸਦੇ ਹੈ। ਮੋਤੀ ਮਾਣਕ ਮਾਨਸਰ, ਚੁਣ ਚੁਣ ਹੰਸ ਅਮੋਲ ਚੁਗੰਦੇ। ਕੀਮਤੀ ਮੋਤੀ, ਕੀਮਤੀ ਮਾਣਕ ਜਿਹੜੇ ਮਾਨਸਰ ਦੇ ਉੱਤੇ ਹੁੰਦੇ ਹੈ, ਉਹਨਾਂ ਅਮੋਲਕ ਮੋਤੀਆਂ ਨੂੰ ਹੰਸ ਚੁਣ ਚੁਣ ਕੇ ਚੁਗ ਚੁਗ ਕੇ ਖਾਂਦੇ ਹੈ, ਕਿਉਂਕਿ ਹੰਸਾਂ ਦੀ ਹੀਰੇ ਮੋਤੀ ਖੁਰਾਕ ਹੈ। ਖੀਰ ਨੀਰ ਨਿਰਵਾਰ ਦੇ, ਲਹਿਰੀ ਅੰਦਰ ਫਿਰਨ ਤਰੰਦੇ। ਹੰਸ ਦੁੱਧ ਅਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ। ਮਾਨ ਸਰੋਵਰ ਦੀਆਂ ਲਹਿਰਾਂ ਦੇ ਵਿੱਚ, ਪਾਣੀ ਦੇ ਵਿੱਚ ਉਹ ਤਰਦੇ ਹੈ, ਉੱਥੇ ਵਸਦੇ ਹੈ। ਮਾਨ ਸਰੋਵਰ ਛੱਡ ਕੇ, ਹੋਰਤ ਥਾਏ ਨਾ ਜਾਏ ਬਹੰਦੇ। ਹੰਸ ਕੀ ਕਰਦੇ ਹੈ? ਮਾਨ ਸਰੋਵਰ ਨੂੰ ਛੱਡ ਕੇ ਕਿਸੇ ਹੋਰ ਥਾਵਾਂ 'ਤੇ ਜਾ ਕੇ ਨਹੀਂ ਬਹਿੰਦੇ। ਹੰਸ ਮਾਨ ਸਰੋਵਰ 'ਤੇ ਹੀ ਵਸਦੇ ਹੈ। ਕਦੇ ਵੇਖਿਆ ਵੀ ਹੰਸ ਛੱਪੜ 'ਤੇ ਆ ਕੇ ਬੈਠੇ ਹੋਣ, ਛੱਪੜਾਂ 'ਤੇ ਰਹਿੰਦੇ ਹੋਣ? ਨਹੀਂ, ਬਿਲਕੁਲ ਨਹੀਂ। ਉਹ ਮਾਨ ਸਰੋਵਰ 'ਤੇ ਹੀ ਵਸਦੇ ਹੈ। ਗੁਰਮੁਖ ਸੁਖ ਫਲ ਸਾਧ ਸੰਗ, ਪਰਮਹੰਸ ਗੁਰ ਸਿੱਖ ਸੋਹੰਦੇ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਪਰਮਹੰਸ ਹਨ। ਜਿਵੇਂ ਹੰਸ ਪੰਛੀ ਮਾਨ ਸਰੋਵਰ ਦੇ ਉੱਤੇ ਵਸ ਕੇ ਹੀਰੇ ਮੋਤੀ ਚੁਗ ਕੇ ਖਾਂਦੇ ਹੈ, ਗੁਰਮੁਖ ਪਰਮਹੰਸ ਹਨ। ਅਤੇ ਗੁਰਮੁਖਾਂ ਦਾ ਮਾਨ ਸਰੋਵਰ ਕਿਹੜਾ? ਗੁਰੂ ਦੀ ਸੰਗਤ, ਸਾਧ ਸੰਗਤ। ਜਿੱਥੇ ਆਪਾਂ ਬੈਠੇ ਇਹ ਮਾਨ ਸਰੋਵਰ ਹੈ। ਗੁਰਮੁਖ ਇੱਥੇ ਬਹਿੰਦੇ ਹੈ, ਛੱਪੜਾਂ 'ਤੇ ਨਹੀਂ ਜਾ ਕੇ ਬਹਿੰਦੇ। ਛੱਪੜ ਕਿਹੜੇ? ਜਿਹੜੇ ਪਖੰਡੀ ਨੇ, ਪਖੰਡ ਕਰਦੇ ਹੈ, ਲੋਕਾਂ ਨੂੰ ਲੁੱਟਦੇ ਹੈ, ਪਖੰਡੀ ਗੁਰੂ ਬਣੇ ਫਿਰਦੇ ਹੈ, ਉੱਥੇ ਛੱਪੜਾਂ 'ਤੇ ਨਹੀਂ ਜਾਂਦੇ। ਗੁਰਮੁਖ ਸਾਧ ਸੰਗਤ ਰੂਪੀ ਮਾਨ ਸਰੋਵਰ 'ਤੇ ਆ ਕੇ ਬੈਠਦੇ ਹੈ। ਅਤੇ ਜਿਵੇਂ ਹੰਸ ਮੋਤੀ ਚੁਗਦਾ ਹੈ, ਇੱਥੇ ਗੁਰੂ ਕੇ ਸ਼ਬਦ ਕੀ ਕਰਦੇ ਹੈ? ਸੁਰਤ ਦੀ ਜ਼ੁਬਾਨ ਦੇ ਨਾਲ ਸ਼ਬਦ ਦੇ ਮੋਤੀ ਚੁਗਦੇ ਹੈ। ਇਹ ਭੋਜਨ ਹੈ ਗੁਰਮੁਖਾਂ ਦਾ, ਸ਼ਬਦਾਂ ਦਾ ਗ੍ਰਹਿਣ ਕਰਦੇ ਹੈ। ਪਰਮ ਹੰਸ ਗੁਰ ਸਿੱਖ ਸੋਹੰਦੇ। ਅਤੇ ਪਰਮ ਹੰਸ ਗੁਰੂ ਕੇ ਸਿੱਖ ਭਾਈ ਗੁਰਦਾਸ ਜੀ ਕਹਿੰਦੇ ਬਹੁਤ ਹੀ ਸੋਹਣੇ ਲੱਗਦੇ ਹੈ। ਗੁਰਸਿੱਖ ਵਰਗਾ ਸੋਹਣਾ ਕੋਈ ਨਹੀਂ ਦੁਨੀਆ 'ਤੇ। ਇੱਕ ਮਨ ਇੱਕ ਧਿਆਏਂਦੇ, ਦੂਜੈ ਭਾਏ ਨਾ ਜਾਏ ਫਿਰੰਦੇ। ਇੱਕ ਮਨ ਹੋ ਕੇ ਇੱਕ ਪ੍ਰਭੂ ਦੀ ਆਰਾਧਨਾ ਕਰਦੇ ਹੈ, ਅਤੇ ਦੂਜੇ ਭਾਵ ਦੇ ਵਿੱਚ, ਭਾਵ ਹੋਰ ਭਰਮਾਂ ਦੇ ਵਿੱਚ ਫਸ ਕੇ ਕਿਸੇ ਹੋਰ ਦੂਜੇ ਪਾਸੇ ਨਹੀਂ ਜਾਂਦੇ, ਨਾ ਕਿਸੇ ਦੂਜੇ ਪਾਸੇ ਫੇਰਾ ਪਾਉਂਦੇ ਹੈ। ਕਿਉਂਕਿ ਹੰਸ ਹੈ, ਅਤੇ ਜਿਹੜਾ ਦੂਜੇ ਪਾਸੇ ਜਾਂਦਾ ਉਹ ਹੰਸ ਨਹੀਂ। ਭਾਵੇਂ ਗੁਰਸਿੱਖ ਕਹਾਉਂਦਾ, ਪਰ ਉਹ ਪਰਮ ਹੰਸ ਨਹੀਂ ਹੈ। ਕਿਉਂਕਿ ਹੰਸ ਕਦੇ ਮਾਨ ਸਰੋਵਰ ਨੂੰ ਛੱਡ ਕੇ ਛੱਪੜਾਂ ਵੱਲ ਨਹੀਂ ਜਾਂਦੇ, ਉੱਧਰ ਰੁੱਖ ਨਹੀਂ ਹੁੰਦਾ। ਗੁਰਮੁਖ ਗੁਰੂ ਦਾ ਪੱਲਾ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ ਹਨ। ਸ਼ਬਦ ਸੁਰਤ ਲਿਵ ਅਲਖ ਲਹੰਦੇ, ਸ਼ਬਦ ਸੁਰਤ ਲਿਵ ਅਲਖ ਲਖੰਦੇ। ਇਸੇ ਤਰ੍ਹਾਂ ਗੁਰਮੁਖ ਕੀ ਕਰਦੇ ਹੈ? ਸ਼ਬਦ ਨੂੰ ਸੁਰਤੀ ਦੇ ਵਿੱਚ ਜੋੜ ਕੇ ਅਲਖ ਪ੍ਰਭੂ ਦੇ ਵਿੱਚ ਲਿਵ ਲਾਈ ਰੱਖਦੇ ਹੈ, ਸਦਾ ਉਹਦਾ ਦੀਦਾਰ ਕਰਦੇ ਹੈ,
ਪ੍ਰਭੂ ਚਰਨਾਂ ਦੇ ਵਿੱਚ ਲੀਨ ਰਹਿੰਦੇ ਹੈ। ਗੁਰਮੁਖਾਂ ਦਾ ਐਸਾ ਜੀਵਨ ਹੁੰਦਾ ਹੈ, ਉਹ ਤਾਂ ਮਾਨ ਸਰੋਵਰ ਕਰ ਇਸ਼ਨਾਨ, ਇਸ ਮਾਨ ਸਰੋਵਰ ਦੇ ਉੱਤੇ ਸਦਾ ਇਸ਼ਨਾਨ ਕਰਦੇ ਹੈ। ਸਤਿਗੁਰ ਸਰਵਰ ਰਤਨੀ ਭਰ ਪੂਰੇ, ਜਿਸ ਪ੍ਰਾਪਤ ਸੋ ਪਾਵੈ। ਸਤਿਗੁਰੂ ਜੀ ਦੇ ਕੋਲ ਆ ਕਰਕੇ ਉਹ ਇੱਥੋਂ ਹੀਰੇ ਰਤਨ ਜਵਾਹਰਾਤ ਭਾਵ ਅਨੇਕਾਂ ਗੁਣ ਇਕੱਤਰ ਕਰਕੇ ਆਪਣੀ ਝੋਲੀ ਦੇ ਵਿੱਚ ਪਵਾਉਂਦੇ ਹੈ। ਸੋ ਹਰ ਗੁਰਸਿੱਖ ਸਾਧ ਸੰਗਤ ਰੂਪੀ ਮਾਨ ਸਰੋਵਰ ਦਾ ਵਾਸੀ ਬਣੇ ਅਤੇ ਇੱਥੇ ਸ਼ਬਦ ਰੂਪੀ ਮੋਤੀ ਦੀ ਖੁਰਾਕ ਗ੍ਰਹਿਣ ਕਰੇ, ਅਤੇ ਫਿਰ ਸਤਿਗੁਰੂ ਦੀ ਉਹਦੇ 'ਤੇ ਬਹੁਤ ਪ੍ਰਸੰਨਤਾ ਹੁੰਦੀ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ। ਇੱਕ ਮਨ ਇੱਕ ਧਿਆਇਂਦੇ, ਦੂਜੈ ਭਾਏ ਨ ਜਾਏ ਫਿਰੰਦੇ। ਸ਼ਬਦ ਸੁਰਤ ਲਿਵ ਅਲਖ ਲਖੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।